ਅਗਲੀ ਗੱਲ ਕਰੀਏ, ਜਿਵੇਂ ਤੁਸੀਂ ਜਾਖੜ ਦਾ ਜ਼ਿਕਰ ਕੀਤਾ, ਸੁਨੀਲ ਜਾਖੜ ਨਾਲ ਹੁਣ ਕੀ ਬਣੂਗੀ? ਲੋਕ ਚਰਚਾ ਬਹੁਤ ਤਰ੍ਹਾਂ ਦੀ ਕਰ ਰਹੇ ਨੇ। ਦੇਖੋ, ਸੁਨੀਲ ਜਾਖੜ ਜਦੋਂ ਕਾਂਗਰਸ 'ਚ ਸੀ ਤਾਂ ਵੀ ਇੱਕ ਪ੍ਰਮਾਣਿਤ ਲੀਡਰ ਸੀ। ਸੁਨੀਲ ਜਾਖੜ ਜਦੋਂ ਬੀਜੇਪੀ 'ਚ ਵੀ ਆ ਗਏ ਜੀ, ਤਾਂ ਵੀ ਜਿਹੜੀਆਂ ਧਿਰਾਂ ਬੀਜੇਪੀ ਦੇ ਵਿਰੋਧ ਸੀ, ਉਹ ਵੀ ਜਾਖੜ ਦਾ ਵਿਰੋਧ ਨਹੀਂ ਕਰਦੀਆਂ ਸੀ ਉਵੇਂ। ਮਤਲਬ ਜਾਖੜ ਦੀ ਇੱਕ ਆਪਣੀ ਪਹਿਚਾਣ ਤਾਂ ਹੈਗੀ ਆ। ਉਹ ਕਿਸਾਨੀ ਵਜੋਂ ਵੀ ਪਛਾਣ ਰੱਖਦੇ ਨੇ, ਉਹ ਪੇਂਡੂ ਵਜੋਂ ਵੀ ਪਛਾਣ ਰੱਖਦੇ ਨੇ, ਉਹ ਹਿੰਦੂ ਚਿਹਰੇ ਵਜੋਂ ਵੀ ਪਛਾਣ ਰੱਖਦੇ ਨੇ, ਉੱਪਰੋਂ ਪੰਜਾਬੀ ਰਹਿਣ ਦੀ ਆਪਣੀ ਦਿੱਖ ਬਣਾ ਕੇ ਰੱਖਦੇ ਨੇ। ਬੀਜੇਪੀ 'ਚ ਰਹਿ ਕੇ ਵੀ ਉਹਨਾਂ ਨੇ ਕਦੇ ਚੰਡੀਗੜ੍ਹ ਦੀ ਗੱਲ ਕਰ ਲਈ, ਕਦੇ ਪਾਣੀਆਂ ਦੀ ਗੱਲ ਕਰ ਲਈ, ਕਦੇ ਐਂ ਜੋ ਬੋਲ ਲੈਂਦੇ ਸੀ। ਜੀ, ਸਹੀ ਹੈ। ਪਰ ਆ ਪਿਛਲੇ 5-7 ਮਹੀਨਿਆਂ ਤੋਂ ਉਹਨਾਂ ਤੇ ਪੂਰੀ ਪਰਤ ਬੀਜੇਪੀ ਦੀ ਚੜ੍ਹ ਗਈ ਸੀ। ਹੁਣ ਉਹ ਬੀਜੇਪੀ ਦੇ ਰੰਗ 'ਚ, ਬੀਜੇਪੀ ਦੇ ਢੰਗ 'ਚ ਬੋਲਣ ਲੱਗ ਪਏ ਸੀ। ਮਤਲਬ ਇੱਕ ਵਾਰ ਤਾਂ ਅਸਤੀਫਾ ਵੀ ਦੇ ਲਿਆ ਸੀ ਤੇ ਉਹ ਅਸਤੀਫਾ ਪ੍ਰਵਾਨ ਹੀ ਨਹੀਂ ਹੋਇਆ। ਫਿਰ ਵਿਆਹ ਬੂਝੇ ਆ ਕੇ ਰਿਸ਼ਤੇਦਾਰੀ 'ਚ, ਪਰਿਵਾਰ 'ਚ, ਫਿਰ ਮੋਦੀ ਹੋਰੀ ਇੱਥੇ ਆ ਗਏ, ਇੱਕ ਵਾਰ ਚਲੋ ਥਾਪੜਾ ਜਿਹਾ ਦੇਤਾ, ਬੁਲਾ ਲਿਆ, ਤੇ ਉਹ ਗੱਲ ਐਂ ਤੁਰੀ ਫਿਰੀ ਗਈ। ਤੇ ਹੁਣ ਤੋਰਨ ਲੱਗੇ ਤਾਂ ਮੈਨੂੰ ਲੱਗਦਾ ਜਾਖੜ ਨੂੰ ਪੁੱਛਿਆ ਵੀ ਨਹੀਂਗਾ। ਸਹੀ ਹੈ, ਕਿਉਂਕਿ ਉਹ ਕਹਿਣ ਨੂੰ ਨਿਤਨ ਨਵੀਨ ਨੇ ਫੈਸਲਾ ਲੈ ਕੇ ਪ੍ਰਧਾਨ ਬਦਲੇ ਨੇ, 4 ਸੂਬਿਆਂ ਦੇ ਪ੍ਰਧਾਨ ਲਾਏ ਨੇ, ਤ੍ਰਿਪੁਰਾ ਦਾ ਵੀ ਲਾਤਾ, ਦਿੱਲੀ ਦੇ ਵਿੱਚ ਹੈ ਨਾ ਬਦਲਤਾ, ਤੇ ਹਰਿਆਣੇ ਦੇ ਵਿੱਚ ਬੀਬੀ ਲਾਤੀ, ਹੈ ਨਾ, ਤੇ ਉਰੇ 4 ਸੂਬਿਆਂ ਦੇ ਕਹਿਣ ਨੂੰ ਹੈ ਕਿ ਨਿਤਨ ਨਵੀਨ ਨੇ ਫੈਸਲਾ ਲਿਆ ਜੀ, ਤੇ ਪਾਰਟੀ ਦੇ ਜਨਰਲ ਸਕੱਤਰ ਨੇ ਚਿੱਠੀ ਕੱਢਤੀ ਜੀ। ਸਭ ਨੂੰ ਪਤਾ ਫੈਸਲਾ ਤੇ ਮੋਦੀ ਅਮਿਤ ਸ਼ਾਹ ਲੈਂਦੇ ਆ। ਸਹੀ ਹੈ, ਬਿਲਕੁਲ। ਸੋ ਉਹਨਾਂ ਦੇ ਫੈਸਲੇ ਦੇ ਅਨੁਸਾਰ ਕੀ ਸੁਨੀਲ ਜਾਖੜ ਨੂੰ ਪੁੱਛਿਆ ਗਿਆ, ਕੀ ਸੁਨੀਲ ਜਾਖੜ ਨੂੰ ਦੱਸਿਆ ਗਿਆ, ਕੀ ਸੁਨੀਲ ਜਾਖੜ ਨਾਲ ਰਾਜਨੀਤਿਕ ਤੌਰ ਤੇ ਅਗਲਾ ਸੌਦਾ ਹੋ ਗਿਆ ਕੋਈ? ਬੇਸ਼ੱਕ ਉਹਨਾਂ ਨੇ ਪਾਰਟੀ ਪੱਧਰ ਤੇ ਜਾ ਕੇ ਵਧਾਈ ਦੇਤੀ, ਪਰ ਪੰਜਾਬ ਦੇ ਲੋਕ ਚਰਚਾ ਕਰਦੇ ਆ ਕਿ ਬਾਈ ਜਿਹੜਾ ਸੁਨੀਲ ਜਾਖੜ ਇਹ ਕਹਿੰਦਾ ਸੀ ਕਿ ਹਿੰਦੂ ਹੋਣ ਕਰਕੇ ਕਾਂਗਰਸ ਨੇ ਮੇਰੇ ਨਾਲ ਇਹ ਕੀਤੀ ਆ, ਜਾਂ ਅੰਬਿਕਾ ਸੋਨੀ ਨੇ ਆਹ ਕੀਤੀ ਆ, ਤੇ ਫਿਰ ਹੁਣ ਤੁਹਾਡੇ ਨਾਲ ਜਿਹੜੀ ਹੋਈ ਆ, ਹੁਣ ਵੀ ਹਿੰਦੂ ਕਰਕੇ ਮਾੜੀ ਹੋਈ ਆ। ਸਹੀ ਹੈ। ਫਿਰ ਹੁਣ ਵੀ ਦੱਸ ਦਿਓ, ਜੇ ਉੱਥੇ ਉਹਨਾਂ ਨੇ ਤੁਹਾਨੂੰ, ਤੁਸੀਂ ਕਹਿੰਦੇ ਕਿ ਮੈਂ ਪ੍ਰਧਾਨ ਸੀ, ਮੇਰਾ ਕੋਈ ਕਸੂਰ ਵੀ ਨਹੀਂ ਸੀ, ਚੁੱਪ ਕਰਕੇ ਲਿਆ ਕੇ ਨਵਜੋਤ ਸਿੱਧੂ ਨੂੰ ਲਾਤਾ, ਮੈਨੂੰ ਬਿਨਾਂ ਕਾਰਨ ਤੋਂ ਹਟਾਤਾ, ਤੇ ਫਿਰ ਹੁਣ ਵੀ ਤੁਹਾਡਾ ਕੋਈ ਕਸੂਰ ਸੀ? ਸਹੀ ਹੈ। ਹੁਣ ਵੀ ਤੁਹਾਨੂੰ ਅਗਲੇ ਨੇ ਹਟਾ ਕੇ ਪਰੇ ਮਾਰਿਆ, ਹੁਣ ਵੀ ਅਗਲੇ ਨੇ ਕੇਵਲ ਢਿੱਲੋਂ ਲਾਤਾ। ਵਜ੍ਹਾ ਤਾਂ ਹੁਣ ਵੀ ਨਹੀਂ ਦੱਸੀ। ਤੁਸੀਂ ਕਹਿੰਦੇ ਕਿ ਮੁੱਖ ਮੰਤਰੀ ਦਾ ਮੈਂ ਤਾਂ ਚਿਹਰਾ ਸੀ, ਸਾਰੇ ਐਮਐਲਏ ਮੇਰੇ ਨਾਲ ਸੀ, ਹੈ ਨਾ। ਅੰਬਿਕਾ ਸੋਨੀ ਕਹਿੰਦੀ ਨਹੀਂ, ਇੱਥੇ ਤਾਂ ਸਿੱਖ ਚਿਹਰਾ ਹੀ ਚਾਹੀਦਾ ਜੀ, ਇਸ ਲਈ ਮੈਨੂੰ ਹਟਾਦਾ, ਜਦੋਂ ਕਿ ਐਮਐਲਏ ਤੇ ਪੰਜਾਬ ਤਾਂ ਮੈਨੂੰ ਪ੍ਰਵਾਨ ਕਰਦਾ ਸੀ। ਤੇ ਫਿਰ ਪੰਜਾਬ ਨੇ ਹੁਣ ਵੀ ਕਦ ਵਿਰੋਧ ਕੀਤਾ ਸੀ ਤੁਹਾਡਾ ਕਿ ਤੁਹਾਨੂੰ ਪਾਰਟੀ, ਤੁਹਾਨੂੰ ਚਿਹਰਾ ਲਾਣੇ ਨਾ ਲਾਣੇ, ਤੇ ਫਿਰ ਹੁਣ ਅਗਲੇ ਨੇ ਕਿਉਂ ਹਟਾਤਾ? ਜਾਂ ਸੁਨੀਲ ਜਾਖੜ ਆ ਕੇ ਦੱਸ ਦੇਣ ਕਿ ਭਾਈ ਫਿਕਰ ਨਾ ਕਰੋ, ਮੁੱਖ ਮੰਤਰੀ ਦਾ ਚਿਹਰਾ ਮੈਂ ਹੋਊਗਾ ਬੀਜੇਪੀ ਵੱਲੋਂ, ਮੇਰੇ ਨਾਲ ਗੱਲ ਹੋਊਗੀ, ਕਹਿ ਦੇਣ, ਜਾਂਦਾ ਇਹ ਗੱਲ ਆ ਕੇ ਸਪਸ਼ਟ ਕਰ ਦੇਣ। ਜੀ ਜੀ, ਸਹੀ ਹੈ। ਵੈਸੇ ਇਹ ਚਾਂਸ ਬਣ ਸਕਦੇ ਨੇ, ਅਸੀਂ ਨਹੀਂ ਕਹਿੰਦੇ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਨਹੀਂਗਾ। ਵੈਸੇ ਬੀਜੇਪੀ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਆਉਂਦੀ ਹੈ, ਸਭ ਤੋਂ ਪਹਿਲਾਂ ਆਪਣਾ ਬੰਦਾ ਲੱਭਦੇ ਨੇ ਕਿ ਆਰਐਸਐਸ ਵਾਲੇ ਬੰਦੇ ਨੂੰ ਅਸੀਂ ਮੁੱਖ ਮੰਤਰੀ ਬਣਾਉਣਾ। ਸਹੀ ਹੈ। ਜਿਹਦਾ ਪਿਛੋਕੜ ਸੰਘ ਨਾਲ ਸਿੱਧਾ ਹੋਵੇ। ਝਾਤ ਮਾਰ ਕੇ ਦੇਖ ਲਓ, ਰਾਜਸਥਾਨ, ਦਿੱਲੀ, ਹਰਿਆਣਾ, ਜਿੱਥੇ ਵੀ ਤੁਸੀਂ ਝਾਤ ਮਾਰਨੀ ਹੈ। ਸਹੀ ਹੈ। ਪਰ ਪੱਛਮੀ ਬੰਗਾਲ ਚ ਸ਼ੁਭੇਂਦੂ ਅਧਿਕਾਰੀ ਤਾਂ ਲਿਆਂਦਾ, ਉਹ ਟੀਐਮਸੀ ਦਾ ਸੀ, ਮਮਤਾ ਦਾ ਖਾਬ ਸੀ, ਭ੍ਰਸ਼ਟਾਚਾਰ ਚ ਘਿਰਿਆ ਸੀ। ਜਾਖੜ ਤਾਂ ਅਜਿਹਾ ਵੀ ਨਹੀਂ। ਸਹੀ ਹੈ। ਫਿਰ ਕੀ ਜਾਖੜ ਵੀ ਸ਼ੁਭੇਂਦੂ ਅਧਿਕਾਰੀ ਬਣ ਸਕਦੇ ਨੇ? ਇਹਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਬੀਜੇਪੀ ਅੱਗੇ ਲਿਆ ਸਕਦੀ ਹੈ। ਜਾਂ ਫਿਰ ਮੋਦੀ ਕੈਬਨਿਟ ਦੇ ਵਿੱਚ ਹੁਣ ਸੁਨੀਲ ਜਾਖੜ ਨਜ਼ਰ ਆਉਣਗੇ। 18 ਜੂਨ ਨੂੰ ਖਤਮ ਹੋ ਰਹੀ ਹੈ ਰਾਜ ਸਭਾ ਦੀ ਮੈਂਬਰੀ ਦੀ ਸਮਾਂ ਹੱਦ ਰਵਨੀਤ ਬਿੱਟੂ ਰਾਜਸਥਾਨ ਚ। ਬਿਲਕੁਲ। ਤੇ ਰਾਜਸਥਾਨ ਦੇ ਵਿੱਚ 3 ਮੈਂਬਰ ਨੇ ਜੀ। 3 ਚੋਂ 2 ਬੀਜੇਪੀ ਦੇ ਕੋਟੇ ਚ ਆਉਂਦੇ ਨੇ, 1 ਕਾਂਗਰਸ ਦੇ ਕੋਟੇ ਚ ਆਉਂਦਾ। ਠੀਕ ਹੈ ਜੀ। ਹੁਣ ਸਵਾਲ ਇਹ ਹੈ ਕਿ ਜੇ ਬਿੱਟੂ ਨੂੰ ਵੀ ਰੱਖਣਾ ਤੇ ਇਹਨਾਂ ਨੂੰ ਵੀ ਲੈ ਕੇ ਜਾਣਾ, ਸੁਨੀਲ ਜਾਖੜ ਨੂੰ, ਜੇ 2 ਰਾਜਸਥਾਨ ਤੋਂ ਬੀਜੇਪੀ ਲੈ ਕੇ ਜਾਂਦੀ ਆ, ਫਿਰ ਤਾਂ 2 ਸੰਦੀਪ ਪਾਠਕ ਤੇ ਰਾਘਵ ਚੱਡਾ ਹੋ ਗਏ ਜੀ ਉੱਥੇ ਲਈ। ਫਿਰ ਤਾਂ ਰਾਜਸਥਾਨ ਵਾਲਿਆਂ ਨਾਲ ਤਾਂ ਧੋਖਾ ਹੈ ਕਿ ਤੁਸੀਂ 2 ਸੀਟਾਂ ਦੇ ਰਹੀ ਹੈ ਬੀਜੇਪੀ, ਉਹਨਾਂ ਨੂੰ ਸਰਕਾਰ ਲੋਕਾਂ ਨੇ ਬੀਜੇਪੀ ਬਣਾਈ ਹੈ, ਤੇ ਰਾਜ ਸਭਾ ਦੇ ਮੈਂਬਰ ਤੁਸੀਂ ਨਾਲ ਦੇ ਸੂਬੇ ਤੋਂ ਭੇਜ ਰਹੇ ਹੋ, ਉੱਥੋਂ ਦੇ ਲੋਕਲ ਭੇਜੋ ਫਿਰ ਆਪਣੇ। ਜੀ, ਸਹੀ ਹੈ, ਸਹੀ ਹੈ ਨਾ। ਤੇ ਜੇ ਇਹ ਸੋਚਦੇ ਨੇ ਕਿ 1 ਰਾਜਸਥਾਨ ਤੋਂ ਭੇਜਦੇ, 1 ਬਾਹਰੋਂ, ਫਿਰ ਬਿੱਟੂ ਦੀ ਥਾਂ ਦੇ ਉੱਤੇ ਜਾਖੜ ਕੀਤੇ ਜਾ ਸਕਦੇ। ਤੇ ਫਿਰ ਜੇ ਜਾਖੜ ਉੱਥੋਂ ਮੈਂਬਰ ਬਣਦੇ ਆ, ਤੇ ਫਿਰ ਬਿੱਟੂ ਦੀ ਕੱਲੀ ਰਾਜ ਸਭਾ ਨਹੀਂ ਜਾਂਦੀ, ਬਿੱਟੂ ਦੀ ਮੰਤਰੀ ਬਣਾ ਵੀ ਜਾਂਦਾ। ਕਿਉਂਕਿ ਤੁਸੀਂ ਮੈਂਬਰ ਤਾਂ ਹੋਣੇ ਜ਼ਰੂਰੀ ਹੋ ਕਿਸੇ ਵੀ ਸਦਨ ਦੇ, ਉੱਪਰ ਵਾਲੇ ਜਾਂ ਹੇਠਲੇ ਦੇ। ਸਹੀ ਹੈ। ਤੇ ਲੋਕ ਸਭਾ ਚੋਣ ਤੁਸੀਂ ਹਾਰ ਚੁੱਕੇ ਹੋ, ਰਾਜ ਸਭਾ ਦੀ ਤੁਹਾਨੂੰ ਜੇ ਅਗਲੀ ਵਾਰ ਟਿਕਟ ਨਾ ਮਿਲੀ, ਵੈਸੇ ਜਿਵੇਂ ਐਕਟਿਵ ਨੇ ਉਵੇਂ ਹੋ ਸਕਦਾ ਕਿ ਬੀਜੇਪੀ ਉਹਨਾਂ ਨੂੰ ਨਾ ਹਟਾਵੇ, ਪਰ ਐਵੇਂ ਐਕਟਿਵ ਤਾਂ ਜਾਖੜ ਵੀ ਦਿਖਦੇ ਸੀ। ਸਹੀ ਹੈ, ਬਿਲਕੁਲ। ਸੋ ਇਸ ਲਈ ਬੀਜੇਪੀ ਦੇ ਵਿੱਚ ਫੈਸਲਾ ਲੈਣ ਦੀ ਔਰ ਚੁੱਪ ਕਰਾ ਕੇ ਫੈਸਲਾ ਲੈਣ ਦਾ ਜਿਹੜਾ ਤਾਕਤ ਦਮ ਹੈ, ਉਹ ਕੁਛ ਕਰ ਨਹੀਂ ਦਿੰਦੇ ਕਿਸੇ ਨੂੰ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ, ਕੀ ਜਾਖੜ ਹੁਣ ਘਰੇ ਬਹਿੰਦੇ ਨੇ, ਕੀ ਜਾਖੜ ਰਾਸ਼ਟਰੀ ਪੱਧਰ ਦੇ ਉੱਤੇ
ਸਿਆਸਤ ਸਰਗਰਮ ਹੁੰਦੇ ਨੇ, ਕੀ ਉਹ ਸਰਕਾਰ ਦਾ ਹਿੱਸਾ ਬਣਦੇ ਨੇ, ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਕੰਪੇਨ ਚਿਹਰਾ ਹੈ ਜਾਂ ਮੁੱਖ ਮੰਤਰੀ ਦਾ ਚਿਹਰਾ ਜਾਂ ਇੰਜ। ਐਸੇ ਬੀਜੇਪੀ ਜੇ ਜੱਟ ਸਿੱਖ ਚਿਹਰੇ ਦੀ ਪ੍ਰਧਾਨਗੀ ਤੇ ਦਾ ਖੇਡ ਰਹੀ ਆ, ਫਿਰ ਉਹ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਉਭਾਰਨ ਲੱਗੇ 10 ਵਾਰ ਸੋਚੂਗੀ। ਸਹੀ ਹੈ, ਕਿਉਂਕਿ ਜਿੰਨੀ ਵਰਗ ਵੰਡ, ਧਰਮ ਵੰਡ, ਫਿਰਕਾ ਵੰਡ ਚ ਇਹਦੇ ਕੋਲ ਮਹਾਰਤ ਆ, ਉਹ ਕਿਸੇ ਕੋਲ ਨਹੀਂ। ਸੋ ਇਸ ਲਈ ਉਸ ਨਾਤੇ ਨੇ ਸਾਰਾ ਕੁਝ ਸੋਚਣਾ ਕਿ ਅਜੇ ਕੀ ਕਰਨਾ। ਸੋ ਦੇਖਦੇ ਹਾਂ ਜੀ, ਜਾਖੜ ਹੋਰਾਂ ਦਾ ਭਵਿੱਖ ਅਜੇ ਤਾਂ ਅੱਧ ਵਾਟੇ ਲਟਕਦਾ ਨਜ਼ਰ ਆਉਂਦਾ। ਸਹੀ ਹੈ, ਬਿਲਕੁਲ ਜੀ।